Good evening to my friends and my dear students. Today I am going to start my first chapter of political science and of biopolarity. ਇਸ ਤੋਂ ਪਹਿਲਾਂ ਜਿਹੜਾ ਮੈਂ ਚੈਪਟਰ ਸਟਾਰਟ ਕਰਨ ਜਾ ਰਿਹਾ, ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਚੈਪਟਰ ਦੀ ਇਨਫੋਰਮੇਸ਼ਨ ਹੈ, ਤੁਹਾਡੇ ਪੇਪਰ ਦਾ ਪੈਟਰਨ ਪਲੱਸ ਜਿਹੜਾ ਤੁਹਾਡੇ ਪੇਪਰ ਦਾ ਸਟਾਈਲ ਹੈ, ਸਟਰਕਚਰ ਹੈ, ਜਿਹੜਾ ਉਹ ਪਤਾ ਹੋਣਾ ਚਾਹੀਦਾ ਤੇ ਜਿਹੜਾ ਇਹ ਸਟਾਰਟ ਜਿਹੜੀ ਬੁੱਕ ਹੈਗੀ, ਦੋ ਬੁੱਕਸ ਨੇਗੀਆਂ ਤੁਹਾਡੀਆਂ। ਜਦੋਂ ਤੁਹਾਡਾ ਕੋਈ ਜਿਹੜੇ ਬੱਚਿਆਂ ਦਾ ਐਕਸਟਰਨਲ ਐਗਜ਼ਾਮੀਨਰ ਹੈ, ਜਿਹੜਾ ਪ੍ਰੈਕਟੀਕਲ ਹੈ, ਜਿਹੜਾ ਹੋ ਗਿਆ, ਉਹਨਾਂ ਲਈ ਸਹੀ ਹੈ। ਜਿੰਨਾ ਨਹੀਂ ਹੋਇਆ ਤਾਂ ਉਹਦੇ ਵਿੱਚ ਬੁੱਕਸ ਦੇ ਨਾਮ ਵੀ ਪੁੱਛੇ ਜਾਂਦੇ ਆ। ਤਾਂ ਤੁਹਾਡੀਆਂ ਦੋ ਬੁੱਕਸ ਨੇਗੀਆਂ, ਦ ਕੰਟੈਂਪਰੇਰੀ ਵਰਲਡ ਪੋਲਿਟਿਕਸ ਹੈ ਐਂਡ ਦ ਇੰਡੀਆ ਸਿੰਸ ਇੰਡੀਪੈਂਡੈਂਸ। ਠੀਕ ਹੈ, ਤਾਂ ਜਿਹੜਾ ਇਹ ਬੁੱਕ ਹੈ ਆਪਾਂ ਨੇ ਸਟਾਰਟ ਕਰੀ ਹੈ ਦ ਕੰਟੈਂਪਰੇਰੀ ਵਰਲਡ ਪੋਲਿਟਿਕਸ, ਕਿਉਂਕਿ ਜਿਹੜੀ ਰਾਜਨੀਤੀ ਹੈ ਇਹ ਇੱਕ ਤਾਂ ਇੰਡੀਆ ਦੀ ਕੰਪੇਅਰ ਕੀਤੀ ਜਾ ਰਹੀ ਹੈ, ਇੱਕ ਦੂਸਰੀ ਜਿਹੜੀ ਵਰਲਡ ਦੀ ਕੀਤੀ ਜਾ ਰਹੀ ਹੈ। ਤਾਂ ਇਸ ਬੁੱਕ ਦੇ ਵਿੱਚ ਵਰਲਡ ਦੀ ਪੋਲਿਟਿਕਸ ਦਾ ਜਿਹੜਾ ਇੰਡੀਆ ਦੀ ਪੋਲਿਟਿਕਸ ਦੇ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ ਕਿ ਵਰਲਡ ਦੇ ਜਦੋਂ ਵੈਨ ਵੀ ਗॉट ਇੰਡੀਪੈਂਡੈਂਸ ਫਰਮ 1947 ਟੂ at present, that what is the scenario of a political system in the world. So here is the example of bipolar world. Bipolar world means a two polar world. Two polar means one side USA was there, second was USSR. So after 1947 or after the Second World War, there was a very crucial time that the Cold War was started. ਜਿਹੜਾ ਸ਼ੀਤ ਯੁੱਧ ਲਹਿਰ ਸੀਗੀ ਉਹ ਸਟਾਰਟ ਹੋ ਗਈ ਸੀਗੀ। ਕੋਲਡ ਵਾਰ ਦਾ ਮੀਨਿੰਗ ਕੀ ਹੁੰਦਾ ਹੈ? where we are not using the weapons, just it is the war of statements or it is not a war of direct confrontation. So ਇੱਕ ਆਈਡੀਓਲੋਜੀਕਲ ਵਾਰ ਵੀ ਕਹਿੰਦੇ ਨੇ ਇਹਨੂੰ। Why it was called ideological war? There are two economic terms. One is capitalism, second is socialism. So I was on here ideological war. Why it is considered as a ideological war? The term that is used for USA it was capitalism. Capitalism where the property in the hands of private people. So second term is there socialism, where the property in the hands of or in the control of government. So after second World War, during the Second World War, America and USSR and USA become enemy with each other. So they want to become supreme power. एक दूसरे तो बात के वो मतलब they want to show that that USA is the supreme power and it was the race of weapons. ਤਾਂ ਇੱਕ ਦੂਜੇ ਤੋਂ ਉਹ ਕੀ ਇੱਕ ਮਿਲਟਰੀ ਦੀ ਵਿੱਚ ਰੇਸ ਲੱਗੀ ਹੋਈ ਸੀ ਕਿ ਸਾਡੀ ਜਿਹੜੀ ਮਿਲਟਰੀ ਪਾਵਰ ਆ ਉਹ ਜ਼ਿਆਦਾ ਹੈ। ਸੋ ਇੱਕ ਦੂਜੇ ਨੂੰ ਉਹ ਨੀਮਾ ਦਿਖਾਉਣ ਦੇ ਲਈ ਉਹਨਾਂ ਨੇ ਕੋਲਡ ਵਾਰ ਸਟਾਰਟ ਕਰੀ ਤੇ ਕੋਲਡ ਵਾਰ ਦੇ ਡਿਊਰਿੰਗ ਇਹਨਾਂ ਦੋਨਾਂ ਦੇ ਵਿਚਕਾਰ ਆ ਜਿਹੜਾ ਜਦੋਜਹਿਦ ਹੋਈ ਵਰਲਡ ਦੇ ਵਿੱਚ, ਜਿਹੜਾ ਵਰਲਡ ਸੀਗਾ ਟੂ ਪੋਰਸ਼ਨਸ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ। ਤਾਂ ਜਿਹੜਾ USA ਸੀਗਾ, ਜਦੋਂ ਕੋਈ ਸਾਡੇ ਵਿੱਚ ਈਗੋ ਆਉਂਦੀ ਹੈ ਤਾਂ ਈਗੋ ਦੇ ਵਿੱਚ ਕੀ ਕਰਦੇ ਹਾਂ ਅਸੀਂ, ਜਿਹਦੇ ਪ੍ਰਤੀ ਈਗੋ ਆਉਂਦੀ ਹੈ ਤਾਂ ਅਸੀਂ ਉਸ ਨੂੰ ਡਿਚ ਕਰਨਾ ਚਾਹੁੰਦੇ ਹਾਂ ਕਿ ਅਸੀਂ ਉਹਨੂੰ ਨੀਚਾ ਦਿਖਾਉਣਾ ਚਾਹੁੰਦੇ ਹਾਂ। ਸੋ ਸੇਮ ਥਿੰਗ ਵਾਸ ਹੈਪਨਡ ਹੇਅਰ ਕਿ USA ਸੀਗਾ, USA ਚਾਹੁੰਦਾ ਸੀ ਵੀ ਜਿਹੜਾ ਕੈਪੀਟਲਿਜ਼ਮ ਹੈ ਇਹ ਇੱਕ ਇਕਨੋਮਿਕ ਟਰਮ ਹੈ, ਜਿਹੜੀ USA ਚਾਹੁੰਦਾ ਸੀਗਾ ਵੀ ਸਾਰੇ ਵਰਲਡ ਦੇ ਵਿੱਚ ਜਿਹੜਾ ਇਕਨੋਮੀ ਹੈ ਉਹ ਕੀ ਹੋਵੇ, ਪ੍ਰਾਈਵੇਟ ਹੋਵੇ। ਸੋ ਬਟ ਇਟ ਇਜ਼ ਨਾਟ ਪੋਸੀਬਲ ਔਨ ਵੀ ਕਾਂਟ ਇੰਪੋਜ਼ ਇਟ ਔਨ ਐਵਰੀ ਕੰਟਰੀ ਲਾਈਕ ਐਸ ਇੰਡੀਆ। ਇੰਡੀਆ ਕੀ ਹੈ, ਇੰਡੀਆ ਦੇ ਵਿੱਚ ਮਤਲਬ ਬਹੁਤ ਵੱਡਾ ਕੰਟਰੀ ਹੈ, ਡਾਇਵਰਸ ਕੰਟਰੀ ਹੈ, ਗਰੀਬੀ ਬਹੁਤ ਜ਼ਿਆਦਾ ਹੈ। ਸੋ ਲੋਕਾਂ ਨੂੰ ਬੇਸਿਕ ਨੈਸੈਸਿਟੀਜ਼ ਦੇ ਲਈ ਜਿਹੜਾ ਉਹਨਾਂ ਨੂੰ ਬੇਸਿਕ ਫੈਸਿਲਿਟੀਜ਼ ਪ੍ਰੋਵਾਈਡ ਕਰਨ ਦੇ ਲਈ, ਉਹਦੀਆਂ ਬੇਸਿਕ ਨੀਡਸ ਨੂੰ ਪੂਰਾ ਕਰਨ ਦੇ ਲਈ ਤਾਂ ਸਾਨੂੰ ਕੀ ਕਰਨਾ ਪਊਗਾ, ਇੱਥੇ ਸੋਸ਼ਲਿਜ਼ਮ ਐਸਟੈਬਲਿਸ਼ ਕਰਨਾ ਪਊਗਾ। ਸੋਸ਼ਲਿਜ਼ਮ ਕੀ ਹੈ? ਵੇਅਰ ਦਾ ਪ੍ਰਾਪਰਟੀ ਇਨ ਦਾ ਹੈਂਡਸ ਆਫ ਗਵਰਨਮੈਂਟ, ਜਿੱਥੇ ਪ੍ਰਾਪਰਟੀ ਹੈ ਸਰਕਾਰ ਦੇ ਹੱਥ ਦੇ ਵਿੱਚ ਹੋਵੇ। ਇਹਦਾ ਮੇਨ ਮਨੋਰਥ ਕੀ ਹੁੰਦਾ? ਲੋਕਾਂ ਦੇ ਵੈਲਫੇਅਰ ਦੇ ਲਈ ਕੰਮ ਕਰਨਾ ਹੁੰਦਾ। ਇਹਦਾ ਕੰਮ ਕੀ ਹੁੰਦਾ? ਮੈਕਸਿਮਮ ਪ੍ਰੋਫਿਟ ਕਮਾਉਣਾ ਹੁੰਦਾ ਹੈ। ਹੇਅਰ ਐਗਜ਼ਾਮਪਲ ਆਫ ਰਿਲਾਇੰਸ, एयरटेल,
and private schools. ਇਹਦੀ example ਹੈਗੀ BSNL and government schools and government hospitals. So USSR Union of Soviet Socialist Republic ਜਿਹੜਾ ਹੈਡ ਸੀਗਾ ਉਹ ਕੀ ਸੀਗਾ ਰਸ਼ੀਆ ਸੀਗਾ with another 12 countries. ਠੀਕ ਹੈ, ਇੱਕ ਤਾਂ ਇਹਨਾਂ ਦੀ ਆਈਡੀਓਲੋਜੀਕਲ ਵਾਰ ਸੀਗੀ ਕਿ ਯੂਐਸਏ ਚਾਹੁੰਦਾ ਸੀ ਵੀ ਕੈਪੀਟਲਿਜ਼ਮ ਹੋਵੇ ਵਰਲਡ ਦੇ ਵਿੱਚ, ਸਾਰੇ ਕੰਟਰੀ ਇਸ ਨੂੰ ਫੋਲੋ ਕਰਨ। ਯੂਐਸਐਸਆਰ ਚਾਹੁੰਦਾ ਸੀਗਾ ਕਿ ਸੋਸ਼ਲਿਜ਼ਮ ਹੋਵੇ ਵਰਲਡ ਦੇ ਵਿੱਚ। ਇਸ ਨੂੰ ਲੈ ਕੇ ਇਹਨਾਂ ਦੇ ਵਿਚਕਾਰ ਲੜਾਈ ਹੋਈ, ਜਿਹਦੇ ਬਾਅਦ ਕਰਕੇ ਜਿਹੜਾ ਵਰਲਡ ਸੀਗਾ ਉਹ ਬਾਇਓਪੋਲਰ ਹੋ ਗਿਆ। ਠੀਕ ਹੈ, ਤਾਂ ਇਹਨੂੰ ਕੀ ਆ, ਟੂ ਬਲੌਕਸ ਕਹਿੰਦੇ ਨੇਗੇ। ਤਾਂ ਵਰਲਡ ਹੈ ਜਿਹੜਾ, ਵਰਲਡ ਦੇ ਜਿੰਨੇ ਮੋਸਟਲੀ ਕੰਟਰੀ ਸੀਗੇ ਤਾਂ ਉਹ ਕੀ ਹੋ ਗਏ ਸੀਗੇ, ਇਹਦੇ ਵਿੱਚ ਡਿਵਾਈਡ ਹੋ ਗਏ ਸੀਗੇ, ਕਿਉਂਕਿ ਇਹ ਟਾਈਮ ਸੀਗਾ ਜਿਹੜਾ ਆਜ਼ਾਦੀ ਤੋਂ ਨਿਊਲੀ ਇੰਡੀਪੈਂਡੈਂਟ ਕੰਟਰੀਆਂ ਦੇ ਲਈ ਬਹੁਤ ਖਤਰੇ ਦੀ ਗੱਲ ਸੀ ਕਿ ਉਹ ਨਿਊਲੀ ਇੰਡੀਪੈਂਡੈਂਟ ਨੇਗੇ। ਜੇ ਉਹ ਕਿਸੇ ਦਾ ਵੀ ਹਿੱਸਾ ਨਾ ਬਣੇ ਤਾਂ ਉਹਨਾਂ ਦੇ ਉੱਪਰ ਕੀ ਹੈ, ਕ੍ਰਾਸ ਹਮਲੇ ਹੋ ਸਕਦੇ ਨੇ। ਦੈਟਸ ਵਾਈ ਦੇ ਬਿਕਮ ਮੈਂਬਰ ਆਫ ਐਨੀ ਈਚ ਗਰੁੱਪ। ਸੋ what this is not implemented on India. India ਨੇ ਕੀ ਡਿਸਕਵਰ ਕੀਤਾ ਸੀਗਾ, ਪਲੀਜ਼ ਟੈਲ ਮੀ। ਇੰਡੀਆ ਨੇ ਕਿਹੜੀ ਪਾਲਿਸੀ ਜਿਹੜਾ ਸਟਾਰਟ ਕਰੀ ਸੀਗੀ? ਨੈਮ ਪਾਲਿਸੀ ਆਫ non aligned. There are 5 main countries, but the main role was played by Jawaharlal Nehru, who was the first Prime Minister of India, and from South Africa, Joseph Reed and Yugoslavia leader. These 5 members were there who invented or who discovered non-aligned movement. ਇਹਦਾ meaning ਕੀ ਸੀਗਾ ਕਿ ਇਹ ਦੋਨਾਂ ਦੇ ਵਿੱਚੋਂ ਕਿਸੇ ਵੀ ਨਾਲ ਨਹੀਂ ਜੁੜਨਗੇ, ਬਟ ਵਰਲਡ ਪੋਲਿਟਿਕਸ ਦੇ ਵਿੱਚ ਪਾਰਟਿਸਿਪੇਟ ਕਰਨਗੇ। ਔਰ ਇੱਕ ਕੁਐਸਚਨ ਆਉਂਦਾ ਹੈ, ਇਸ ਨੇਮ ਦ ਪਾਲਿਸੀ ਆਫ ਆਈਸੋਲੇਸ਼ਨ। ਆਈਸੋਲੇਸ਼ਨ ਹੈ ਜਿਹੜਾ, ਜਾਂ ਨਿਊਟਰਲਿਜ਼ਮ, ਇਹ ਪਾਲਿਸੀ ਜਿਹੜਾ ਆਈਸੋਲੇਸ਼ਨ ਦੀ ਨਹੀਂ ਹੈਗੀ ਸੀਗੀ। ਕਿਉਂਕਿ ਇਹ ਜਿਹੜੇ ਨਾਮ ਦੇ ਕੰਟਰੀ ਸੀਗੇ ਉਹ ਬਿਲਕੁਲ ਅਲੱਗਵਾਦ ਦੀ ਪਾਲਿਸੀ ਨਹੀਂ ਸੀਗੀ, ਸਗੋਂ ਉਹ ਵਰਲਡ ਪੋਲਿਟਿਕਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀਗੇ, ਬਟ ਦੇ ਮੇਕ ਡਿਫਰੈਂਸ ਫਰਮ ਥੀਸ ਟੂ ਪਾਵਰ ਬਲੌਕਸ। ਠੀਕ ਹੈ, ਤਾਂ ਜਿਹੜੀ ਨਾਨ ਅਲਾਈਨਡ ਮੂਵਮੈਂਟ ਸੀਗੀ, ਇਹ ਕਿਹਨੇ ਬਣਾਈ ਸੀਗੀ? ਜਵਾਹਰ ਲਾਲ ਨਹਿਰੂ ਨੇ। ਫਸਟ ਜਿਹੜੀ ਬੈਲਗ੍ਰੇਡ ਦੇ ਵਿੱਚ ਜਿਹੜੀ ਇਹਦੀ ਕਾਨਫਰੰਸ ਹੋਈ ਸੀਗੀ 1961 ਦੇ ਵਿੱਚ। ਠੀਕ ਹੈ, ਸੋ ਨਾਓ ਕਮ ਔਨ ਦਿਸ ਟੌਪਿਕ। ਤਾਂ ਜਿਹੜਾ ਆਪਾਂ ਇਹਦਾ ਬੈਕਗ੍ਰਾਉਂਡ ਸਮਝਣਾ ਜ਼ਰੂਰੀ ਸੀਗਾ ਕਿ ਵਾਟ ਵਾਸ ਦਾ ਲੌਜਿਕ ਬਿਹਾਈਂਡ ਦਾ ਬਾਇਓਪੋਲਰ ਵਰਲਡ, ਹਾਊ ਵਰਲਡ ਬਿਕਮ ਬਾਇਓਪੋਲਰ। ਸੋ ਇੱਥੇ ਬਾਇਓਪੋਲਰ ਸੀਗਾ। ਨਾਓ ਵਾਟ ਵਾਸ ਦਾ ਰੀਜ਼ਨਸ ਬਿਹਾਈਂਡ ਦਾ ਐਂਡ ਆਫ ਬਾਇਓਪੋਲਰ ਵਰਲਡ। So now come on the topic, that reason behind this integration of USSR. The main question is from this chapter, mostly 3 questions, 3 or 4 long questions are there. So what were the factors behind the disintegration of USSR? So students, sometimes I have to take a pause because my very intelligent students are sitting along with me. Sometimes they are creating a problem, okay, because I am also taking their tuition classes. So I will make sure that you will have to become very serious, because only 10 to 15 days are left from the starting of first exam. So this is a very crucial time, that if you are free for the full of year and like 11 months you are free, so you have to become serious for this month only. So it is my humble request to everyone who are watching this video. So the first long question, very important question from this chapter is that कि ਕਿਹੜੇ ਕਾਰਨ ਸੀਗੇ ਜਿਨ੍ਹਾਂ ਕਰਕੇ USSR ਜਿਹੜਾ ਟੁੱਟਿਆ ਸੀਗਾ। ਠੀਕ ਹੈ, ਜਿਹਦੇ ਕਰਕੇ ਜਿਹੜਾ ਵਰਲਡ ਸੀਗਾ ਉਹ ਕੀ ਹੋ ਗਿਆ ਸੀਗਾ, ਯੂਨੀਪੋਲਰ ਹੋ ਗਿਆ ਸੀਗਾ ਬਾਇਓਪੋਲਰ ਤੋਂ। So what was the first reason? Reforms of he was the general secretary of USSR. ਜਿਹੜਾ ਇਹ ਵਰਕਸ਼ਿਪ ਸੀਗਾ, ਇਹਨੇ ਕੁਝ ਜਿਹੜਾ ਇੰਪਰੂਵਮੈਂਟ ਸਟਾਰਟ ਕਰੀਆਂ। ਪਹਿਲਾਂ ਇਹਨੇ ਜਦੋਂ ਇਹ ਜਨਰਲ ਸੈਕਟਰੀ ਬਣਿਆ ਤਾਂ ਇਹਨੇ ਡਾਇਗਨੋਸ ਕੀਤੀਆਂ ਪ੍ਰੋਬਲਮ ਨੂੰ, ਉਹਨਾਂ ਨੂੰ ਪਹਿਚਾਣਿਆ, ਉਹਨਾਂ ਨੂੰ ਆਇਡੈਂਟੀਫਾਈ ਕੀਤਾ, ਫਿਰ ਉਹਨਾਂ ਦੇ ਵਿੱਚ ਜਿਹੜਾ ਇੰਪਰੂਵਮੈਂਟ ਕਰਨੀ ਸਟਾਰਟ ਕੀਤੀ। ਬਟ ਜਦੋਂ ਇਹਨੇ ਇੰਪਰੂਵਮੈਂਟ ਸਟਾਰਟ ਕਰਨੀ, ਮਤਲਬ ਸੋਚਿਆ ਕਿ ਜਿਹੜੇ ਵੈਸਟ ਦੇ ਨਾਲ ਰਿਲੇਸ਼ਨ ਨੇਗੇ ਉਹ ਇੰਪਰੂਵ ਹੋਣ, ਤਾਂ ਉਦੋਂ ਕੀ ਹੋਇਆ, ਜਿਹੜੇ ਇਸ ਦੇ
फ्रेंड सीगे, सपोर्टर सीगे जेडे, और दूसरा जिहड़ा अपोज करते सीगे। ਇਹ दोनों ही इस दे जिहड़ा एंटी हो गए। ਇਹ ਕੀ ਕਹਿੰਦੇ ਸੀਗੇ ਵੀ ਜਿਹੜਾ ਇਹ ਇੰਪਰੂਵਮੈਂਟ ਕਰ ਰਿਹਾ ਇਹ ਬਹੁਤ ਫਾਸਟ ਜਿਹੜਾ ਕਰ ਰਿਹਾ, ਤੇ ਇਹ ਕਹਿੰਦੇ ਸੀਗੇ ਵੀ ਜਿਹੜਾ ਇਹ ਇੰਪਰੂਵਮੈਂਟ ਕਰ ਰਿਹਾ ਬਹੁਤ ਸਲੋ ਕਰ ਰਿਹਾ, ਜਿਹਦੇ ਕਰਕੇ ਹੀ ਲੌਸਟ ਸਪੋਰਟ ਫਰਮ ਬੋਥ ਦ ਗਰੁੱਪਸ। ਤਾਂ ਜਿਹਦੇ ਕਰਕੇ ਕੀ ਹੋ ਗਿਆ ਸੀਗਾ USSR ਆ ਜਿਹੜਾ ਉਹ ਟੁੱਟਣ ਦਾ ਜਿਹੜਾ ਮੇਨ ਕਾਰਨ ਇਹ ਸੀਗਾ। ਦੂਸਰਾ ਰੀਜ਼ਨ ਕੀ ਸੀਗਾ, impose more tax। ਜਿਹੜੇ ਟੈਕਸ ਸੀਗੇ USSR ਦੁਆਰਾ ਬਹੁਤ ਜ਼ਿਆਦਾ ਟੈਕਸ ਇੰਪੋਜ਼ ਕੀਤੇ ਗਏ ਸੀਗੇ। ਉਹਦਾ ਰੀਜ਼ਨ ਕੀ ਸੀਗਾ, ਜਦੋਂ ਅਫਗਾਨਿਸਤਾਨ ਦੀ ਵਾਰ ਹੋਈ ਸੀਗੀ ਤਾਂ ਉਦੋਂ USSR ਦਾ ਜਿਹੜਾ ਬਹੁਤ ਜ਼ਿਆਦਾ ਪੈਸਾ ਜਿਹੜਾ ਖਰਚ ਹੋ ਗਿਆ ਸੀਗਾ, ਤੇ ਉਹਨਾਂ ਦਾ ਜਿਹੜਾ ਟ੍ਰੈਜ਼ਰ ਸੀਗਾ ਜਿਹੜਾ ਖਜ਼ਾਨਾ ਸੀਗਾ ਜਿਹੜਾ ਉਹ ਖਾਲੀ ਹੋ ਗਿਆ ਸੀਗਾ। ਖਜ਼ਾਨੇ ਨੂੰ ਭਰਨ ਦੇ ਲਈ ਉਹਨਾਂ ਨੇ ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਟੈਕਸ ਲਾਤੇ ਸੀਗੇ, ਜਿਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਗਰੀਬੀ ਹੈ, ਜਿਹੜਾ ਫੂਡ ਸ਼ਾਰਟੇਜ ਹੈ, ਜਿਹੜਾ ਬਹੁਤ ਜ਼ਿਆਦਾ ਪ੍ਰੋਬਲਮ ਆ ਗਈਆਂ ਸੀਗੀਆਂ, ਜਿਹਦੇ ਕਰਕੇ ਉਹਨਾਂ ਦੀ ਬੇਸਿਕ ਨੀਡਸ ਪੂਰੀਆਂ ਨਹੀਂ ਹੋ ਰਹੀਆਂ ਸੀਗੀਆਂ। ਠੀਕ ਹੈ। ਥਰਡ ਕੀ ਸੀਗਾ, ਜਿਹੜਾ ਬਿਹਾਈਂਡ ਔਰ ਲੈਕ ਆਫ ਡੈਮੋਕ੍ਰੇਸੀ। ਜਿਹੜਾ USSR ਦੇ ਵਿੱਚ ਹੈ ਜਿਹੜਾ ਡੈਮੋਕ੍ਰੇਸੀ ਬਹੁਤ ਜ਼ਿਆਦਾ ਘੱਟ ਸੀਗੀ। ਕਿਉਂਕਿ ਉੱਥੇ ਇੱਕ ਵਨ ਪਾਰਟੀ ਸਿਸਟਮ ਸੀਗਾ ਤੇ ਇਟ ਵਾਸ ਨਾਟ ਆਨਸਰੇਬਲ ਟੂ ਦ ਪੀਪਲ। ਲੋਕਾਂ ਨੂੰ ਜਵਾਬਦੇਹੀ ਨਹੀਂ ਸੀਗੀ ਔਰ ਲੋਕ ਕੋਈ ਕੁਐਸਚਨ ਨਹੀਂ ਪੁੱਛ ਸਕਦੇ ਸੀਗੇ, ਔਰ ਲੋਕਾਂ ਦੇ ਉੱਪਰ ਇੱਕ ਡਿਕਟੇਟਰਸ਼ਿਪ ਦਾ ਜਿਹੜਾ ਸਿਸਟਮ ਹੈ ਜਿਹੜਾ ਇਹਨਾਂ ਨੇ ਇੰਪੋਜ਼ ਕੀਤਾ ਹੋਇਆ ਸੀਗਾ ਕਿ ਲੋਕਾਂ ਨੂੰ ਕੋਈ ਆਜ਼ਾਦੀ ਨਹੀਂ ਸੀਗੀ ਬੋਲਣ ਦੀ, ਔਰ ਲਾਈਕ ਦੇ ਵਰ ਨਾਟ ਅਲਾਉਡ ਟੂ ਵੀਅਰ ਬਲੂ ਜੀਨਸ। ਠੀਕ ਹੈ, ਕੁਝ ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਸੀਗੀਆਂ ਲੋਕਾਂ ਦੇ ਉੱਪਰ, ਤਾਂ ਜਿਹਦੇ ਕਰਕੇ ਲੋਕਾਂ ਦਾ ਜਿਹੜਾ ਝੁਕਾਅ ਸੀਗਾ, ਜਿਹੜਾ ਉਹਨਾਂ ਦਾ ਦਿਲ ਸੀਗਾ ਉਹ ਕਿਹਦੇ ਵੱਲ ਚਲਾ ਗਿਆ, ਵੈਸਟ ਵੱਲ। ਇਹਨੂੰ ਈਸਟ ਕੰਸੀਡਰ ਕੀਤਾ ਜਾਂਦਾ। ਵੈਸਟ ਕੀ ਸੀਗਾ, behind from USA in the terms of technology। ਜਿਹੜਾ USA ਦੀ ਮਿਲਟਰੀ ਪਾਵਰ ਸੀ, ਟੈਕਨੋਲੋਜੀ ਸੀਗੀ, ਉਹਦੇ ਕੰਪੈਰੀਜ਼ਨ ਦੇ ਵਿੱਚ ਹੈ ਜਿਹੜਾ ਵੈਸਟ ਜਿਹੜਾ ਇਹ USSR ਗਰੁੱਪ ਹੈ ਜਿਹੜਾ ਉਹ ਪਿੱਛੇ ਸੀਗਾ, ਜਿਹਦੇ ਕਰਕੇ ਲੋਕ ਆ ਜਿਹੜਾ ਉਹ ਕਿਹਦੇ ਵੱਲ ਜਾ ਰਹੇ ਸੀਗੇ, USA ਵੱਲ ਜਾ ਰਹੇ ਸੀਗੇ। ਓਕੇ, ਤਾਂ ਉਸ ਤੋਂ ਬਾਅਦ ਹੈਗਾ ਜੈਲਿਸਟਨ ਹੈ ਜਿਹੜਾ ਉਹਨੇ ਇਲੈਕਸ਼ਨ ਲੜੀ। ਠੀਕ ਹੈ, ਇਲੈਕਸ਼ਨ ਲੜਨ ਤੋਂ ਬਾਅਦ ਜਿਹੜਾ ਉਹ ਕੀ ਹੋ ਗਿਆ ਸੀਗਾ, ਉੱਥੇ ਜਿੱਤ ਗਿਆ, ਜਿਹਦੇ ਵਿੱਚ ਕੀ ਸੀਗਾ ਲੋਕਾਂ ਦਾ ਜਿਹੜਾ ਧਿਆਨ ਸੀਗਾ ਉਹਦੇ ਵਿੱਚੋਂ ਕੀ ਹੋ ਗਿਆ ਕਿ ਹਾਂ ਕਿ ਲੋਕ ਹੈ ਜਿਹੜਾ USSR ਗਰੁੱਪ ਨੂੰ ਛੱਡਣਾ ਚਾਹੁੰਦੇ ਨੇਗੇ, ਤੇ ਜਿਹਦੇ ਵਿੱਚ ਕੀ ਹੋਇਆ ਸੀਗਾ ਰਸ਼ੀਆ, ਕੋਂਗੋ, ਠੀਕ ਹੈ, ਯੂਕਰੇਨ, ਇਹ ਤਿੰਨ ਕੰਟਰੀਆਂ ਨੇ ਕੀ ਕਰਤਾ ਸੀਗਾ, ਅਬੈਂਡਨ ਕਰਤਾ ਸੀਗਾ 1991 ਦੇ ਵਿੱਚ ਕਿ ਅਸੀਂ ਕਿਹਨੂੰ ਉਹ ਕਰ ਰਹੇ ਹਾਂ, ਜਿਹੜਾ USSR ਗਰੁੱਪ ਆ ਉਹਨੂੰ ਕੀ ਹੈ ਖਤਮ ਕਰ ਰਹੇ ਹਾਂ, ਡਿਸਇੰਟੀਗ੍ਰੇਟ ਕਰ ਰਹੇ ਹਾਂ। So this was the most important points। ਠੀਕ ਹੈ, ਕਿ ਵਾਰਸ਼ਿਪ ਦੀ ਜਿਹੜੀ ਇੰਪਰੂਵਮੈਂਟ ਸੀਗੀਆਂ ਉਹ ਉਹਨਾਂ ਨੂੰ ਇੱਕ ਆਪੋਜ਼ਿਟ ਤਰੀਕੇ ਦੇ ਨਾਲ ਲਿਆ ਗਿਆ। ਟੈਕਸਸ ਜਿਹੜੇ ਬਹੁਤ ਜ਼ਿਆਦਾ ਲੋਕਾਂ ਦੇ ਉੱਪਰ ਇੰਪੋਜ਼ ਕੀਤੇ ਗਏ, ਔਰ ਡੈਮੋਕ੍ਰੇਸੀ ਦੀ ਬਹੁਤ ਜ਼ਿਆਦਾ ਘਾਟ ਸੀਗੀ। ਠੀਕ ਹੈ, ਔਰ USA ਦੇ ਨਾਲੋਂ ਜਿਹੜਾ ਕੰਪੈਰੀਜ਼ਨ ਦੇ ਵਿੱਚ ਕੀ ਸੀਗਾ USSR ਗਰੁੱਪ ਹੈ ਜਿਹੜਾ ਉਹ ਪਿੱਛੇ ਸੀਗਾ। So these were the reasons or these are the factors behind the disintegration of USSR। So now the next very important question is there कि what were the consequences of disintegration of Soviet Union। So Soviet Union है जड़ा it was invented in 1917 by the February Revolution। Okay, what were the consequences of disintegration of Soviet Union कि ਜਦੋਂ ਸੋਵੀਅਤ ਯੂਨੀਅਨ ਟੁੱਟ ਗਿਆ ਸੀਗਾ ਤਾਂ ਉਹਦੇ ਸਿੱਟੇ ਕੀ ਨਿਕਲੇ। ਸਭ ਤੋਂ ਪਹਿਲਾਂ ਕੀ ਸੀਗਾ, ਵਰਲਡ ਦੇ ਵਿੱਚ ਕੀ ਸੀਗਾ, ਯੂਨੀਪੋਲਰ ਵਰਲਡ ਹੈ ਜਿਹੜਾ ਉਹ ਬਣ ਗਿਆ। ਵਰਲਡ ਬਿਕਮ यूनिपोलर ਕੀ ਸੀਗਾ, USA बिकम
ਸੁਪਰੀਮ ਪਾਵਰ ਕੀ ਸੀਗਾ ਜਿਹੜਾ ਯੂਐਸਏ ਅੱਜ ਸੀਗਾ ਜਿਹੜਾ ਹੁਣ ਕੀ ਹੋ ਗਿਆ ਉਹ ਸੁਪਰੀਮ ਪਾਵਰ ਬਣ ਗਿਆ ਬਿਕੋਜ਼ ਆਫ ਯੂਐਸਐਸਆਰ ਸੋ ਜਿਹੜਾ ਫਸਟ ਰੀਜ਼ਨ ਸੀਗਾ ਵਰਲਡ ਬਿਕਮ ਯੂਨੀਪੋਲਰ ਯੂਐਸਏ ਬਿਕਮ ਸੁਪਰੀਮ ਪਾਵਰ ਕਿਉਂ ਸੀਗਾ ਜਿਵੇਂ ਲਾਈਕ ਐਗਜ਼ਾਮਪਲ ਹੈ ਕਿ ਦੋ ਜਣੇ ਕੋਈ ਮੈਚ ਖੇਡਦੇ ਆ ਦੋ ਟੀਮਾਂ ਮੈਚ ਖੇਡਦੇ ਨੇ ਜਾਂ ਕੋਈ ਕੁਸ਼ਤੀ ਹੁੰਦੀ ਹੈ ਤਾਂ ਉਹਨਾਂ ਦੇ ਵਿੱਚੋਂ ਆਬਵੀਅਸਲੀ ਹੈ ਕਿ ਇੱਕ ਬੰਦਾ ਜਿਹੜਾ ਹਾਰਦਾ ਹੈ ਤਾਂ ਉਹਦੇ ਵਿੱਚੋਂ ਕੀ ਹੋਇਆ ਸੀਗਾ ਜਿਹੜਾ ਯੂਐਸਐਸਆਰ ਗਰੁੱਪ ਸੀਗਾ ਉਹ ਟੁੱਟ ਗਿਆ ਸੀਗਾ ਤੇ ਯੂਐਸਏ ਕੀ ਬਣ ਗਿਆ ਸੁਪਰੀਮ ਪਾਵਰ ਬਣ ਗਿਆ ਦੂਸਰਾ ਕੀ ਸੀਗਾ ਐਂਡ ਆਫ ਆਰਮ ਰੇਸ ਆਰਮ ਰੇਸ ਕੀ ਸੀਗਾ ਜਿਹੜੀ ਦੋਨਾਂ ਕੰਟਰੀਆਂ ਦੇ ਵਿਚਕਾਰ ਆ ਜਿਹੜੀ ਦੌੜ ਲੱਗੀ ਹੋਈ ਸੀਗੀ ਠੀਕ ਹੈ ਉਹ ਦੌੜ ਆ ਜਿਹੜੀ ਹੁਣ ਖਤਮ ਹੋ ਗਈ ਸੀਗੀ ਕਿਉਂ ਕੀ ਰੀਜ਼ਨ ਸੀਗਾ ਕਿਉਂਕਿ ਸੋਵੀਅਤ ਯੂਨੀਅਨ ਇਹ ਸੀਗਾ ਕਿ ਸਾਡੇ ਕੋਲੇ ਜਿਹੜੇ ਹਥਿਆਰ ਜ਼ਿਆਦਾ ਹੋਣ ਤੇ ਅਮਰੀਕਾ ਨੂੰ ਕੀ ਸੀਗਾ ਕਿ ਸਾਡੇ ਕੋਲ ਹਥਿਆਰ ਜਿਹੜਾ ਉਹ ਜ਼ਿਆਦਾ ਹੋਣ ਸੋ ਇਨ 1991 ਦੇ ਵਿੱਚ ਜਿਹੜਾ ਐਂਡ ਆਫ ਆਰਮ ਰੇਸ ਹੈ ਜਿਹੜੀ ਨਿਊਕਲੀਅਰ ਰੇਸ ਹੈ ਜਿਹੜੀ ਉਹ ਕੀ ਹੋ ਗਈ ਸੀਗੀ ਖਤਮ ਹੋ ਗਈ ਸੀਗੀ ਉਸ ਤੋਂ ਬਾਅਦ emergence of CIS country commonwealth independent ਜਿਹੜੀਆਂ ਸਟੇਟ ਸੀਗੀਆਂ ਜਿਹੜੀਆਂ ਇਹ ਇਨਵੈਂਟ ਦੇ ਵਿੱਚ ਆਈਆਂ ਸੀਗੀਆਂ ਜਿਹੜੇ USSR ਦੇ ਨਾਲੋਂ ਟੁੱਟ ਗਏ ਸੀਗੇ ਉਹ ਕੀ ਹੋ ਗਏ ਸੀਗੇ emergence of CIS in CIS ਦੇ ਵਿੱਚ commonwealth independent states ਬਣੀਆਂ ਸੀਗੀਆਂ ਠੀਕ ਹੈ ਉਸ ਤੋਂ ਬਾਅਦ ਜਿਹੜਾ USSR ਦੇ ਕਾਫੀ ਜਿਹੜੇ ਕੰਟਰੀ ਸੀ ਯੂਕਰੇਨ ਹੋ ਗਿਆ ਹੋਰ ਕੰਟਰੀ ਹੋ ਗਏ ਉਹਨਾਂ ਨੇ ਕਿਸ ਤਰ੍ਹਾਂ ਡਾਇਰੈਕਟ ਜਿਹੜੀ ਅਪਰੋਚ ਕਰ ਲਈ ਕਿੱਧਰ ਕਰ ਲਈ ਸੀਗੀ ਕਿਹੜੇ ਦੇਸ਼ ਦੇ ਨਾਲ ਕਰੀ ਸੀ USA ਦੀ ਮਾਰਕੀਟ ਦੇ ਨਾਲ ਕਰ ਲਈ ਠੀਕ ਹੈ ਹੁਣ ਜਿਹੜਾ ਪਾਲਿਸੀ ਸੀਗੀ ਜਿਹੜੀ ਡੋਮੀਨੈਂਟ ਪਾਲਿਸੀ ਸੀਗੀ ਡੋਮੀਨੈਂਸ ਆਫ ਕੈਪੀਟਲਿਜ਼ਮ ਠੀਕ ਹੈ ਤਾਂ ਜਿਹੜਾ ਸੋਸ਼ਲਿਜ਼ਮ ਸੀਗਾ ਉਹ ਖਤਮ ਹੋ ਗਿਆ ਤਾਂ ਹੁਣ ਜਿਹੜੀਆਂ ਇਹਦੀ ਸ਼ਰਤਾਂ ਸੀਗੀਆਂ ਜੋ ਵੀ ਮਤਲਬ ਸੋਸ਼ਲਿਜ਼ਮ ਦਾ ਡੋਮੀਨੈਂਸ ਘਟ ਗਿਆ ਤੇ ਮੇਨ ਡੋਮੀਨੈਂਸ ਕਿਹਦਾ ਹੋ ਗਿਆ ਕੈਪੀਟਲਿਜ਼ਮ ਦਾ ਔਰ ਉਸ ਤੋਂ ਬਾਅਦ ਰਸ਼ੀਆ ਨੇ ਜਿਹੜੀਆਂ ਜੋ ਵੀ ਸ਼ਰਤਾਂ ਸੀਗੀਆਂ ਜੋ ਟ੍ਰੀਟੀ ਸੀਗੀਆਂ ਰਸ਼ੀਆ ਨੇ ਉਹ ਖੁਦ ਆਪਣੇ ਕੋਲ ਹੈਂਡਓਵਰ ਕਰ ਲਈਆਂ ਕਿਹਦੇ ਕੋਲੋਂ USSR ਕੋਲੋਂ ਦੈਟਸ ਵਾਈ ਰਸ਼ੀਆ ਬਿਕਮ ਮੈਂਬਰ ਆਫ UNSC ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਜਿਹੜਾ ਕੀ ਬਣ ਗਿਆ ਸੀਗਾ ਮੈਂਬਰ ਬਣ ਗਿਆ ਸੀਗਾ ਓਕੇ so these are the reasons that consequences of the disintegration of Soviet Union ਕਿ ਉਹਦੇ ਟੁੱਟਣ ਤੋਂ ਬਾਅਦ ਉਹਦਾ ਇਹ ਰਿਜ਼ਲਟ ਆਇਆ ਸੀਗਾ ਓਕੇ so ਜੋ ਪੋਰਸ਼ਨ ਲੈਫਟ ਹੈ I think half chapter is left like what are the reasons behind the shock therapy and what are the consequences of shock therapy tomorrow we will continue from here